Hello, friends. Welcome to Siddhi Punjab. So, this is the third in the series of our discussion. Economy ਨੂੰ ਲੈ ਕੇ I am discussing for Punjab PCS. First video 'ਚ ਅਸੀਂ prelims economy ਦੀ ਗੱਲ ਕੀਤੀ, second 'ਚ mains economy ਦਾ syllabus ਤੇ PYQ ਨੂੰ ਕਿਵੇਂ ਤੁਸੀਂ use ਕਰਨਾ ਹੈ. And today in this third video, I'll be discussing about the budget of Punjab, ਜਿਹੜਾ ਕਿ directly ਤੇ indirectly ਤੁਹਾਡੇ ਕੰਮ ਆ ਸਕਦਾ ਹੈ. Directly in the sense, questions can be asked directly from you. ਜਿਵੇਂ ਕਿ ਡਾਟਾ ਫੈਕਟਸ ਤੇ ਬਹੁਤ ਵਾਰ ਕੁਐਸਚਨ ਪ੍ਰੀਲਿਮਸ ਚ ਪੁੱਛਿਆ ਜਾ ਸਕਦਾ ਹੈ ਜਾਂ ਮੇਨਸ ਚ ਵੀ ਦੇ ਕੈਨ ਆਸਕ ਯੂ ਕਿ ਕੀ ਹਾਈਲਾਈਟਸ ਜੋ ਹੈ ਬਜਟ ਦੇ ਲਿਖੋ right even if it is not asked directly you can use it in your answers and essays very well the data that is there in the budget the schemes that are there in the budget ਠੀਕ ਹੈ ਜਿਵੇਂ ਮੈਂ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ ਇਸ ਡਿਸਕਸ਼ਨ ਚ ਆਪਾਂ ਬੇਸਿਕਲੀ ਕੁਝ ਇੰਪੋਰਟੈਂਟ ਡਾਟਾ ਪੁਆਇੰਟਸ ਡਿਸਕਸ ਕਰਾਂਗੇ ਬਜਟ ਦੇ ਪੰਜਾਬ ਦੇ ਠੀਕ ਹੈ ਜੋ ਨਵੀਂ ਸਕੀਮਸ ਲਾਂਚ ਹੋਈਆਂ ਇਸ ਬਜਟ 'ਚ ਉਹਨੂੰ ਧਿਆਨ ਨਾਲ ਕਰਾਂਗੇ ਵੀ ਕੈਨ ਯੂਜ਼ them ਐਕਸਟੈਂਸਿਵਲੀ ਇਨ ਆਰ ਆਨਸਰਸ ਐਂਡ ਐਸੇ ਤੇ ਇਹਦੇ ਨਾਲ ਹੀ ਆਪਾਂ ਨੂੰ ਐਕਸਟਰਾ ਮਾਰਕਸ ਮਿਲਦੇ ਨੇ ਰਾਈਟ ਪੰਜਾਬ ਤੇ ਨੈਸ਼ਨਲ ਲੈਵਲ ਦੇ ਕੁਝ ਇੰਡੀਕੇਟਰਸ ਦੀ ਕੰਪੈਰੀਜ਼ਨ ਕੀਤੀ ਗਈ ਹੈ ਬਜਟ ਦੀ ਉਹਨੂੰ ਦੇਖਾਂਗੇ ਅਗੇਨ ਵੈਰੀ ਇੰਪੋਰਟੈਂਟ ਫॉर ਆਨਸਰ ਰਾਈਟਿੰਗ ਐਂਡ ਐਸੇ ਰਾਈਟਿੰਗ ਪੰਜਾਬ ਤੇ ਅਦਰ ਸਟੇਟਸ ਦਾ ਵੀ ਕੰਪੈਰੀਜ਼ਨ ਕੀਤਾ ਗਿਆ ਔਨ ਵੇਰੀਅਸ ਪੈਰਾਮੀਟਰਸ ਲਾਈਕ ਐਜੂਕੇਸ਼ਨ ਹੈਲਥ ਕੌਣ ਕਿੰਨਾ ਸਪੈਂਡ ਕਰ ਰਿਹਾ ਹੈ that we will see and finally different expenditure estimates sports ਤੇ ਕਿੰਨਾ ਲਾ ਰਹੇ ਆ ਆਪਾਂ ਕਿਹੜੀ ਜਗ੍ਹਾ ਤੇ ਲਾ ਰਹੇ ਆ infrastructure ਤੇ ਪੰਜਾਬ ਪੁਲਿਸ ਤੇ all of these areas are important ਤੁਸੀਂ subject ਕਿਸੇ ਵੀ subject 'ਚ use ਕਰ ਸਕਦੇ ਹੋ not just economy let's say governance 'ਚ ਪੁਲਿਸ ਤੇ question ਆਉਂਦਾ ਹੈ there you can use ਸੋਸਾਇਟੀ ਦੇ ਪਾਰਟ ਵਿੱਚ ਸਪੋਰਟਸ ਤੇ ਆਉਂਦਾ ਹੈ ਐਜੂਕੇਸ਼ਨ ਤੇ ਆਉਂਦਾ ਹੈ ਹੈਲਥ ਤੇ ਆਉਂਦਾ ਹੈ ਐਸੇ ਆਉਂਦਾ ਹੈ so this discussion will help you in entire PCS preparation ਤੋ ਇਹਨੂੰ ਧਿਆਨ ਨਾਲ ਸੁਣੋ ਠੀਕ ਹੈ ਇਹਦੀ ਜਿਹੜੀ PDF ਹੈ ਉਹ ਵੀ ਆਈਲ ਸ਼ੇਅਰ ਇਨ ਮਾਈ ਟੈਲੀਗ੍ਰਾਮ ਗਰੁੱਪ ਜਿਹੜੇ ਬੱਚੇ ਸਾਨੂੰ ਨਵੇਂ ਜੁਆਇਨ ਕਰ ਰਹੇ ਹੈ go into our description box of this video ਉੱਥੇ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਮਿਲ ਜਾਏਗਾ go and join the telegram group there you will get the PDF also of this budget summary ਠੀਕ ਹੈ ਇਹ ਤੋਂ ਜ਼ਿਆਦਾ ਕੁਝ ਪੜਨ ਦੀ ਜ਼ਰੂਰਤ ਨਹੀਂ ਹੈ these facts will be enough these will help you a lot in writing good answers so exam ਕਦੇ ਵੀ ਆਵੇ this discussion will help you a lot ਇਹਨੂੰ ਲਿਖ ਕੇ ਰੱਖੋ ਠੀਕ ਹੈ ਲੈਟਸ ਸਟਾਰਟ ਫਰਸਟਲੀ ਵਿਦ ਦ ਡਾਟਾ ਫਾਈਲ ਕੁਝ ਹੈ ਜੇ 7 ਇੰਪੋਰਟੈਂਟ ਡਾਟਾ ਫੈਕਟਸ ਹੈ ਜਿਹੜੇ ਕਿ ਆਪਾਂ ਨੂੰ ਬਜਟ ਨੇ ਦਿੱਤੇ ਹੈ that can be directly asked or you can use in your answers ਠੀਕ ਹੈ ਸੋ ਘਬਰਾਣਾ ਨਹੀਂ ਹੈ ਜਸਟ ਰਾਈਟ them briefly and revise them repeatedly ਯਾਦ ਹੋ ਜਾਣਗੇ ਕੋਈ ਔਖੀ ਗੱਲ ਹੈ ਨਹੀਂ ਹੈ ਇਹਦੇ ਵਿੱਚ ਠੀਕ ਹੈ ਸੋ ਫਰਸਟਲੀ ਦੇਖਦੇ ਹਾਂ GSDP ਯਾਨੀ ਕਿ ਜਿਵੇਂ ਨੈਸ਼ਨਲ ਲੈਵਲ ਤੇ GDP ਹੁੰਦੀ ਹੈ ਉਵੇਂ ਹੀ ਸਟੇਟ ਲੈਵਲ ਤੇ ਵੀ ਹੈਵ GSDP ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਠੀਕ ਹੈ ਨਾਓ ਅੱਗੇ ਵਧਣ ਤੋਂ ਪਹਿਲਾਂ ਮੈਂ ਅਗੇਨ ਆਈ ਊਡ ਲਾਈਕ ਟੂ ਹਾਈਲਾਈਟ ਅਗਰ ਤੁਹਾਨੂੰ ਇਹ ਜੀ ਚੀਜ਼ਾਂ ਦੇ ਬੇਸਿਕਸ ਅਗਰ ਕਲੀਅਰ ਨਹੀਂ ਹੈ GSDP ਕਿਆ ਹੈ ਰੈਵਨਿਊ ਡੈਫਿਸਿਟ ਕਿਆ ਹੈ ਫਿਜ਼ੀਕਲ ਡੈਫਿਸਿਟ ਕਿਆ ਹੈ ਲਾਇਬਿਲਿਟੀਜ਼ ਕਿਆ ਹੁੰਦਾ ਹੈ ਦੈਨ ਆਈ ਵਿਲ ਰਿਕੁਐਸਟ ਯੂ ਕਿ ਪਲੀਜ਼ ਬਈ ਤੁਹਾਡੇ ਬੇਸਿਕਸ ਬਹੁਤ ਹਜੇ ਕੰਮ ਕਰਨ ਦੀ ਜ਼ਰੂਰਤ ਹੈ ਵੀਕ ਹੈ ਬੇਸਿਕਸ ਜਿਹੜੇ ਹੈ ਇਕੋਨਮੀ 'ਚ ਅਗਰ ਕਨਸੈਪਚੁਅਲ ਕਲੈਰਿਟੀ ਨਹੀਂ ਹੈ ਤੁਸੀਂ ਇਕੋਨਮੀ ਕਦੀ ਵੀ ਕਰ ਨਹੀਂ ਪਾਓਗੇ ਇਟ ਵਿਲ ਗਿਵ ਯੂ ਲੋਟ ਆਫ ਟਰਬਲ ਅਗਰ ਇੱਕ ਵਾਰ ਕਨਸੈਪਟ ਕਲੀਅਰ ਹੋ ਗਿਆ ਦੈਨ ਇਕੋਨਮੀ ਇਜ਼ ਨਥਿੰਗ ਫॉर ਯੂ ਇਟ ਇਜ਼ ਜਸਟ ਅ ਕੇਕ ਵਾਕ ਠੀਕ ਹੈ ਸੋ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਬੇਸਿਕ ਚੀਜ਼ਾਂ ਵੀ ਤੁਹਾਨੂੰ ਸਮਝ ਨਹੀਂ ਆ ਰਿਹਾ ਕਈ ਸਬਜੈਕਟ ਹੁੰਦੇ ਆ ਟੈਕਨੀਕਲ ਸੋ ਸੈਲਫ ਸਟੱਡੀ ਦੇ ਪਿੱਛੇ ਉਨਾ ਵੀ ਨਾ ਭੱਜੋ ਟੇਕ ਅਸਿਸਟੈਂਸ ਫਰੋਮ ਐਨੀਵਨ ठीक है so you can use any kind of classes videos to understand these concepts ठीक है so इस वीडियो जो मैं concepts clear नहीं करावांगी I'll be just discussing about the data and facts that we have got in front of us ठीक है you can join our batch also from today itself we are starting with our new batch जिस से economy ही शुरू कर रहे हैं you can join even that batch अगर तुसी concerned हो कि basic conceptual clarity किवें कीती जावे ठीक है will be there to guide you everywhere again this is the number where you can connect if you need anything ठीक है just WhatsApp us on this number we'll be there to assist you right now GSDP ਦੇ क्या figures ਆਏ ਨੇ ਪੰਜਾਬ ਦੀ growth rate ਕਿੰਨੀ ਪ੍ਰੋਜੈਕਟ ਕੀਤੀ ਜਾ ਰਹੀ ਹੈ 2024-25 ਲਈ ਜਿਹੜਾ ਇਹ ਬਜਟ ਈਅਰ ਚੱਲ ਰਿਹਾ ਹੈ ਇਹਦੇ ਲਈ ਗਰੋਥ ਰੇਟ ਕਿੰਨੀ ਪ੍ਰੋਜੈਕਟ ਕੀਤੀ ਹੈ ਆਪਣੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਚੀਮਾ ਸਾਹਿਬ ਜੋ ਆਪਣੇ ਫਾਈਨਾਂਸ ਮਿਨਿਸਟਰ ਹੈ ਉਹਦਾ ਡਾਟਾ ਯਾਦ ਰੱਖੋ that is 8.02 ਕਰੋੜ broadly ਤੁਸੀਂ ਕਹਿ ਸਕਦੇ ਹੋ 9% growth ਹੋਏਗੀ ਪਿਛਲੇ ਸਾਲ ਨਾਲੋਂ this is what has been projected ਠੀਕ ਹੈ ਇਹਨਾਂ ਨੇ ਹਜੇ ਐਸਟੀਮੇਟ ਦਿੱਤੇ ਹੈ ਐਕਚੁਅਲ ਚ ਕੀ ਹੁੰਦਾ ਹੈ ਉਹ ਆਪਾਂ ਨੂੰ ਈਅਰ ਐਂਡ ਤੇ ਪਤਾ ਚੱਲਦਾ ਹੈ ਉਹਨੂੰ ਰਿਵਾਈਜ਼ਡ ਐਸਟੀਮੇਟਸ ਕਹਿੰਦੇ ਨੇ ਰਾਈਟ ਅਗੇਨ ਇਕੋਨਮੀ ਬੇਸਿਕਸ ਠੀਕ ਹੈ
ਸੋ ਇसीलिए ਉਦੋਂ ਆਪਾਂ ਦੇਖਾਂਗੇ ਐਕਚੁਅਲ 'ਚ ਹੋਇਆ ਕਿਆ। ਹਜੇ ਐਕਸਪੈਕਟ ਕਰ ਰਹੇ ਆ ਕਿ ਬਈ ਜਿਹੜਾ ਮੈਂ ਪਲਾਨ ਬਣਾ ਰਿਹਾ, ਜਿੰਨਾ ਮੈਂ ਐਕਸਪੈਂਡੀਚਰ ਕਰ ਰਿਹਾ ਹੈ, ਉਹਦੇ ਅਕੋਰਡਿੰਗ ਇੰਨੀ ਗਰੋਥ ਹੋਣੀ ਚਾਹੀਦੀ ਹੈ ਪੰਜਾਬ ਦੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ, ਰਾਈਟ। ਸੋ ਇਹ ਜੋ ਪ੍ਰੋਜੈਕਟਡ ਹੈ, ਦਿਸ ਵਿਲ ਬੀ 9% ਹਾਇਰ ਦੈਨ ਦ ਲਾਸਟ ਈਅਰ दैट ਪੰਜਾਬ हैज विटनेस्ड, राइट। सो फर्स्ट डाटा ये याद रखना है। टोटल एक्सपेंडिचर कितना प्रोजेक्ट किया गया है? टोटल एक्सपेंडिचर हैज बीन प्रोजेक्टेड कि 135 लाख तुसी कह सकते हो करोड़ विल बी स्पेंट, विच इज अगेन 4.5% इंक्रीज ओवर द प्रीवियस ईयर्स रिवाइज्ड एस्टीमेट्स। ठीक है, प्रीवियस ईयर केड़ा होया दिस, ठीक है। ये पहला यू नो एस्टीमेट्स कुछ जिवें बजटरी एस्टीमेट्स दिते गए, बट दैन फाइनली एक्चुअल च क्या हुंदा है, उन्होंने रिवाइज्ड एस्टीमेट्स कहते हैं, राइट। सो रिवाइज्ड फिगर्स तुसी कह सकते हो। उहदे नालों एक्सपेंडिचर जिहड़ा इस साल 4.5% ज़्यादा किया जाएगा, राइट। डेट पेमेंट, कर्जा जिहड़ा पंजाब ने पे करना है, ऑलमोस्ट ऐ लगा लो 70,000 करोड़ के नेड़े है। बहुत इंपॉर्टेंट फिगर है, तुसी ये बारी बारी यूज कर सकते हो, आंसर्स च लिख के रखो। यस, अप्रॉक्सीमेट फिगर भी यूज कर सकते हो, अप्रॉक्स लिख दो। ऑलमोस्ट 70,000 तो बन ही रहा है, राइट। और ब्रैकेट च लिख देना पंजाब बजट 2024-25 फुल लिख के आओ ये, राइट। इस तरीके नाल डाटा यूज कर सकते हो, वेरी वेरी इंपॉर्टेंट डाटा पॉइंट। दैन रिसीट्स, पैसा कित्थे आएगा, कित्थों आएगा, कितना पैसा पंजाब दी गवर्नमेंट प्रोजेक्ट कर रही है कि इस साल वो इकट्ठा करेगी, क्योंकि पैसा आएगा तो ही स्पेंड करेंगे, राइट। सो पैसा आंदे हुण बहुत सारे सोर्सिस होंदे हैं, जिवें तुहाडे ते टैक्सिस लगदे है, स्टैंप ड्यूटीज, इस तरीके दे बहुत, वैट, जीएसटी, सो मैनी थिंग्स आर देयर। बोरोइंग्स भी हुंदियां हैं, जिहड़ी गवर्नमेंट है वो किसी तो कर्जा चकदी है, क्योंकि द इट्स ओन रेवेन्यू मे नॉट बी दैट मच, उन्ना नहीं हुंदा, इन्हां नूं कर्जा चकना ही पैंदा है। सो बोरोइंग्स नूं छड्ड के, कर्जे नूं छड्ड के जिन्ना रेवेन्यू एक्सपैक्ट किया जा रहा है पंजाब द्वारा, खुद स्टेट गवर्नमेंट जो रेज करेगी थ्रू एल्कोहल टैक्स, वैट, जीएसटी, अदर टैक्सेशन, नॉन टैक्सेशन सोर्सिस, वो आप इत्थे लिख रहे हैं। सो दैट इज 104,586 करोड़, विच इज 5.5% इंक्रीज ओवर द प्रीवियस ईयर, राइट। ठीक है। सो रिसीट्स, एक्सपेंडिचर ते जीएसडीपी का डाटा जिहड़ा है थोड़ा फैक्चुअल याद रखना है, बिकॉज कैन बी आस्क्ड इन प्रीलिम्स, अदरवाइज घट यूज है इहदा, राइट। नाउ टोटल जिहड़ा पंजाब कोल रेवेन्यू आएगा, राइट, लेट्स से पंजाब कोल 100 रुपीज आ रहे ने, ठीक है। सो इस चो 67% विल बी गिवन बाय सेंट्रल गवर्नमेंट, ठीक है। सेंट्रल गवर्नमेंट क्यों देगी, क्योंकि देखो टैक्स शेयरिंग होंदी है, फाइनेंस कमीशन आंदी है अपनी, टैक्स शेयर करती है, कई टैक्सेस सेंटर द्वारा कलैक्ट किए जाते हैं, बट सेंटर स्टेट च डिस्ट्रीब्यूट होंगे ने, स्टेट्स च डिस्ट्रीब्यूट होंगे ने आपस च, राइट। सो 67% ऑफ वॉट Punjab is expecting as a revenue, that will be coming from central government in the form of taxation, distribution, grants, other such things, right? And 33% will be raised by Punjab government on its own. Punjab government ਜਿਹੜੀ खुद समझ लो कमाई करेगी through taxation और non taxation resources और borrowings, that will be 33%. ठीक है, ये भी फिगर याद रखनी है, कई बार फेडरलिज्म ਦੇ ਇਸ਼ੂਜ਼ ਚ ਤੁਸੀਂ ਇਹਨੂੰ यूज कर सकते हो, राइट। इस चो भी देखो, अगर तुसी देखो 67% जो सेंटर गवर्नमेंट ने देना, उस चो 44% जीएसटी के थ्रू ही आएगा। हुण तुहानूं पता है वैट वगैरह ते बहुत सारे इनडायरैक्ट टैक्सिस हट गए, जिहड़े कि स्टेट गवर्नमेंट्स का मेन सोर्स सी, तां ओहदी जगह मिल क्या रहा है स्टेट्स नूं, जीएसटी का हिस्सा, राइट। दैट इज वाई जीएसटी इज सो इंपॉर्टेंट फॉर द स्टेट्स। इस गल नूं सिग्नीफाई करने लिए भी तुसी ये डाटा यूज कर सकते हो, राइट। नाउ ये तो बाद कुछ डेफिसिट्स के डाटा है, दीज आर वेरी इंपॉर्टेंट, ऑलरेडी प्रीलिम्स च क्वेश्चन इस ते आ चुका है, जिहड़े मैं तुहानूं प्रीलिम्स दे पीवाईक्यूज दिते हैं, उस च तुसी देखियो ये सिमिलर क्वेश्चन इज देयर, राइट। सो रेवेन्यू डेफिसिट पंजाब दा कितना है, 2.9% ऑफ इट्स जीएसडीपी। फिजिकल डेफिसिट 3.8%। आउटस्टैंडिंग लाइबिलिटीज कितनी है पंजाब दी, 44%, राइट। ये डाटा बस रॉ डाटा याद रखो, बिकॉज दिस क्वेश्चन हैज ऑलरेडी बीन आस्क्ड, कैन बी रिपीटेड, सो आपने याद रखना ही रखना है। जो मेन्स लिए इंपॉर्टेंट है वो मैं तुहानूं दसते, ठीक है। सो दीज आर फ्यू डाटा पॉइंट्स जिहड़े कि प्रीलिम्स च काफ़ी पूछे जा सकते हैं, इसीलिए आई एम डिस्कसिंग हियर, राइट। नाउ नेक्स्ट सैक्टर वाइज एक्सपेंडिचर, यानी कि पंजाब गवर्नमेंट पैसा तो स्पेंड करेगी, बट केड़ी जगह ते ज़्यादा, उस तो घट करेगी,
ਰਾਈਟ। ਸੋ ਸਭ ਤੋਂ ਜ਼ਿਆਦਾ ਦੇਖੋ ਐਜੂਕੇਸ਼ਨ ਸੋਸ਼ਲ ਸੈਕਟਰ ਤੇ ਕੀਤਾ ਜਾ ਰਿਹਾ। ਪੰਜਾਬ ਦਾ ਜਿੰਨਾ ਵੀ ਪੈਸਾ ਹੈ, ਲੈਟਸ ਸੇ 100 ਰੁਪੀਜ਼ ਪੰਜਾਬ ਇਜ਼ ਸਪੈਂਡਿੰਗ, ਉਸ ਚੋਂ ਸਭ ਤੋਂ ਜ਼ਿਆਦਾ ਐਜੂਕੇਸ਼ਨ ਤੇ ਸਪੈਂਡ ਕੀਤਾ ਜਾਏਗਾ। ਦੈਨ ਐਗਰੀਕਲਚਰ ਤੇ ਸਾਡੀ ਇਕੋਨਮੀ ਦਾ ਇੱਕ ਇੰਪੋਰਟੈਂਟ ਪਾਰਟ ਹੈ। ਦੈਨ ਸੋਸ਼ਲ ਵੈਲਫੇਅਰ ਤੇ ਨਿਊਟ੍ਰੀਸ਼ਨ ਦੀ ਸਰਵਿਸਿਜ਼ ਤੇ, ਦੈਨ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ, ਐਨਰਜੀ ਸੈਕਟਰ ਤੇ, ਹੈਲਥ ਐਂਡ ਫੈਮਿਲੀ ਵੈਲਫੇਅਰ, ट्रांसपोर्ट, इरीगेशन, वाटर सप्लाई, वेलफेयर, राइट। सारा सीक्वेंस याद करने की कोई जरूरत नहीं है, इनिशियल 4 तो 5 एंट्रीज याद कर दो, कई बार क्वेश्चन आ जाता है या अगेन यू कैन यूज इट इन द आंसर्स, राइट। नेक्स्ट है पावर सब्सिडी। नाउ दिस इज वेरी इंपॉर्टेंट डाटा, प्लीज इनू ध्यान नाल याद रखो। यू कैन यूज इट इन दी एग्रीकल्चर और सब्सिडी बर्डन आंसर्स एंड एसेज, या किवें अपना पैसा जिहड़ा है वो वैल मैनेजमेंट ऑफ फाइनैंशियल रिसोर्सिस रिक्वायर्ड है, राइट। सो हुण इत्थे देखो पंजाब दी पावर सब्सिडी, पंजाब च देखो पावर सब्सिडी वन ऑफ द हाईएस्ट है। एग्रीकल्चर सैक्टर च भी फ्री पावर दिन्ने आपां फार्मर नूं, हाउस होल्ड्स नूं भी 300 यूनिट तक फ्री किता होया तुहानूं पता है पंजाब दे विच, राइट। सो इसे ਲਈ देखो कुल मिला के ईवन इंडस्ट्रीयल यूनिट्स नूं भी कुछ कुछ सहूलतां दित्तियां जांदियां है। सो ऑल इनकलूसिव 20,200 करोड़ की सबसिडी, पावर सबसिडी ओनली। हजे तो फर्टिलाइजर वगैरह एंड ऑल वो तो सब आडी है, फूड फर्टिलाइजर एंड ऑल। पावर सबसिडी ही 19% ऑफ पंजाब रेवेन्यू रिसीट है, राइट। रेवेन्यू रिसीट्स क्या है, कैपिटल रिसीट्स क्या है, तुहानू समझ आना चाहिए है। दीज आर ऑल बेसिक्स ऑफ बजटिंग चैप्टर, right। So 19% of revenue receipts will be going just for the power subsidy, right। This data you can use to show the gravity of the situation कि कितनी सब्सिडी जा रही है। We need to streamline these subsidies। यही subsidies नाल साडा water ground water abuse हो रहा है, तुसी कह सकते हो हाउस होल्ड्स पावर वेस्टेज हो रही है, या जिमें भी इशूज आ रहे ने पंजाब नूं, that are because of these subsidies। इन्हां दी जगह we need better alternatives for agriculture and household assistance, ठीक है। नैक्सट है PSUs, ठीक है, पब्लिक सैक्टर अंडरटेकिंग्स, जिहड़ियां पंजाब गवर्नमेंट दियां कंपनीज हैं लगा लो, उन्हां दी परफॉर्मेंस ते डाटा, राइट। सो ये इंपॉर्टेंट है, अगेन कैन बी यूज्ड। सो 49 ਇਹ जी पंजाब गवर्नमेंट दी स्टेट PSCs या PSUs जिन्हां नूं आपां कहने हैं पब्लिक सैक्टर अंडरटेकिंग्स या पब्लिक सैक्टर एंटरप्राइजेस, ठीक है। यह 49 ऑडिट कीतियां गईयां सी कैग द्वारा, राइट। यू कैन रीड कैग ऑल्सो, कैग बहुत इंपॉर्टेंट है। कैग का वन ऑफ द रोल हुंदा है PSU नूं ऑडिट करना, स्टेट की भी करदा है सेंटर की भी करदा है कैग, राइट। सो 49 पंजाब दे विच स्टेट PSCs इन्हां ने ऑडिट कीतियां, उन्हां नूं आपां एनालाइज कर रहे हैं, राइट। सो ये जिहड़ियां 49 PSCs है वो टोटल 12% पंजाब दी GSDP च कॉन्ट्रीब्यूट करदियां है। काफ़ी वड्डा कॉन्ट्रीब्यूशन है, दैट मीनस दे आर वेरी क्रूशल फॉर पंजाब्स इकोनॉमी, ठीक है। हुण टोटल 49 चो 16 जिहड़ियां है वो इनएक्टिव है, यानी कि दे आर नॉट परफॉर्मिंग वेरी वेल। 4 तो इस चो लिक्विडेट या खत्म कर दित्तियां गईयां है, राइट। 12 जिहड़ियां है दे आर गिविंग प्रॉफिट टू पंजाब। 12 एह PSCs है जो पंजाब नूं प्रॉफिट दे रही है। ये किहड़ियां है, उन्हां चो 3 आपां याद रखनी है, क्वेश्चन आ सकता है क्योंकि इट इज मैंशन इन द बजट इटसेल्फ। पंजाब स्टेट पावर कॉरपोरेशन लिमिटेड, ठीक है। उस तो बाद पंजाब स्टेट वेयर हाउसिंग कोऑपरेशन एंड पंजाब स्टेट पावर ट्रांसमिशन कॉरपोरेशन लिमिटेड, ठीक है। दो तो पावर नाल ही रिलेटेड है, एक एग्रीकल्चर वेयर हाउसिंग नाल रिलेटेड है। यह 3 हाईएस्ट प्रॉफिट दे रही हैं पंजाब में, राइट। ते 17 जिहड़ियां है वो लॉसेस दे रही हैं पंजाब नूं। इन्हां चों हाईएस्ट लॉसेस किहदे ने, पंजाब स्टेट ग्रेन प्रोक्योरमेंट कोऑपरेशन लिमिटेड, क्योंकि वो ज़्यादा ग्रेन्स लैंदे हैं दैन देयर कैपेसिटी इज, इसलिए लॉसेस है। तुसीं देखो पंजाब च सारे किसानां तो प्रोक्योरमेंट तो हुंदी है, मोर दैन वॉट दे कैन अकोमोडेट ओहो दे हैव टू टेक, इसलिए आई थिंक पंजाब स्टेट सिविल सप्लाईज कॉरपोरेशन लिमिटेड दे लॉसेस है, पंजाब एग्रो फूड कोऑपरेशन लिमिटेड, राइट। ये 3 है जिहड़ी हाईएस्ट लॉस मेकिंग है, राइट। अगेन PSU से सीधा क्वेश्चन आ सकता है, LPG ते क्वेश्चन आ सकता है, देयर यू कैन यूज सच डाटा पॉइंट्स, ठीक है। सो इनू भी लिख के रखो। नैक्सट नाउ वेरी इंपॉर्टेंट, पंजाब का कंपैरिजन नैशनल लैवल नंबर्स से आपां करते हैं और अलॉन्ग 3 इंडिकेटर्स। फर्स्ट इकनॉमिक ग्रोथ अगर तुसीं देखो, और ये पिछले साल की गल कर रहे हैं, इस बार दे एस्टिमेटेड नंबर्स की गल नहीं कर रहे, वी आर कंपेयरिंग व्हाट हैपेंड लास्ट ईयर एक्चुअली,
ठीक है। सो पंजाब दी ग्रोथ रेट सीगी 6.8% वर्सिस पूरे इंडिया लेवल दी 7.6% सी। दैट मीनस पंजाब गवर्नमेंट नीड्स टू डू बेटर। पर कैपिटा इनकम पंजाब दी बेटर है 1.95 लाख ते है, वेयर एज नैशनल लेवल ते ये डाटा है 1.83 लाख। अनएम्प्लॉयमेंट पंजाब च काफ़ी ज़्यादा है कंपेयर टू नैशनल लेवल एंड दिस इज़ द की एरिया वेयर पंजाब नीड्स टू वर्क। एंड ये डाटा बहुत बहुत इंपॉर्टेंट है, प्लीज़ इनू लिख के रखो, यू कैन यूज़ इट एवरीवेयर। आउट माइग्रेशन क्यों हो रही है, डिस्ट्रेस माइग्रेशन क्यों हो रही है, लोग कैनेडा ਵੱਲ क्यों ਭੱਜ ਰਹੇ ਨੇ, यूथ ड्रग्स ਵੱਲ क्यों जा रहे ਨੇ, सब ਦਾ ਕਾਰਨ ਅਲਟੀਮੇਟਲੀ ਹੈ this lack of opportunities, lack of employment, lack of alternatives for the youth that they are going towards these things, right? ਸੋ ਇਹ ਡਾਟਾ ਬਹੁਤ ਇੰਪੋਰਟੈਂਟ ਹੈ, ਯਾਦ ਰੱਖੋ। ਨਾਓ ਪੰਜਾਬ ਨੂੰ ਅਦਰ ਸਟੇਟਸ ਨਾਲ ਕੰਪੇਅਰ ਕਰਦਾ ਹੈ ਕਿ ਪੰਜਾਬ ਕਿੰਨਾ ਐਕਸਪੈਂਡੀਚਰ ਕਰ ਰਿਹਾ ਹੈ ਵਰਸਸ ਅਦਰ ਸਟੇਟਸ ਦੀ ਐਵਰੇਜ ਐਕਸਪੈਂਡੀਚਰ ਇਹਨਾਂ ਪੈਰਾਮੀਟਰਸ ਤੇ ਕਿਆ ਹੈ। ਸੋ ਸਭ ਤੋਂ ਪਹਿਲਾਂ ਐਜੂਕੇਸ਼ਨ ਵਿਚ ਇਜ਼ ਦੀ ਫਾਊਂਡੇਸ਼ਨ ਆਫ ਐਵਰੀ ਇੰਡੀਵਿਜੂਅਲ। ਪੰਜਾਬ ਦਾ ਐਕਸਪੈਂਡੀਚਰ ਆਲਮੋਸਟ 13% ਹੈ ਦੇਖੋ, ਜਦ ਕਿ ਬਾਕੀ ਸਟੇਟਸ ਦਾ 14.7% ਜਾਂ 15% ਦੇ ਨੇੜੇ ਹੈ, ਰਾਈਟ। ਸੋ ਦੇयर ਪੰਜਾਬ ਇਜ਼ ਲੈਕਿੰਗ। ਹੈਲਥ ਤੇ ਵੀ ਪੰਜਾਬ ਦਾ 4.6%, स्टेट्स दा 6.2%, अगेन लैगिंग। अर्बन डेवलपमेंट सिटीज़ दी मैनेजमेंट ते सिटीज़ ते पैसा लगाना पंजाब च जस्ट 1%, वेयर एज अदर सिटीज़ अदर स्टेट्स आर पुटिंग 3.4% इन देयर अर्बन सिटीज़। अर्बन सिटीज़ बहुत बड़ी ग्रोथ दा यू सी वो होंदियां है इंस्ट्रूमेंट, बट पंजाब ਆਪਦੀ सिटीज़ ਤੇ फोकस नहीं कर पा रहा क्योंकि सारा पैसा एग्रीकल्चर सबसिडीज़, फूड सबसिडीज़, पावर सबसिडीज़ ਇਹ ਚੀਜ਼ਾਂ चला जाता है। ਅੰਟਿਲ ਵੀ ਡਿਵੈਲਪ ਆਰ ਸਿਟੀਜ਼ ਚ ਹੀ ਇੰਡਸਟਰੀ ਸਰਵਿਸ ਸੈਕਟਰ ਹੁੰਦਾ ਜਿਹੜਾ ਕਿ ਯੂਥ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰੇਗਾ। ਇਸੇ ਲਈ ਤਾਂ ਸਾਰੇ ਗੁੜਗਾਉਂ, ਹੈਦਰਾਬਾਦ, ਪੁਣੇ ਵੱਲ ਭੱਜਦੇ ਆ ਬਿਕੋਜ਼ ਦੋਜ਼ ਸਿਟੀਜ਼ ਆਰ ਵੈਲ ਡਿਵੈਲਪਡ ਐਂਡ ਪ੍ਰੋਵਾਈਡਿੰਗ ਓਪਰਚੁਨਿਟੀਜ਼ ਵਿਚ ਇਜ਼ ਲੈਕਿੰਗ ਇਨ ਪੰਜਾਬ, राइट। दैन फोर्थ है इंफ्रास्ट्रक्चर ते बेसिकली कितना पंजाब लगा रहा है 1.4%, बाकी स्टेट्स 4.6% पुट कर रही हैं। अगेन वेरी वेरी बिग गैप। फाइनली दो एरियाज है जिथे पंजाब बेटर परफॉर्म कर रहा है दैन अदर स्टेट्स, दैट इज एग्रीकल्चर, राइट, ऑब्वियसली मेन स्टे। सो दिस ऑल्सो शोज दैट वी नीड टू पुट अटेंशन टू अदर सेक्टर्स ऑल्सो। एग्रीकल्चर च ऑलमोस्ट डबल है दैन दी अदर स्टेट्स यू सी, एंड पुलिस च भी लॉ एंड ऑर्डर पंजाब बीइंग अ बॉर्डर स्टेट थोड़ा एक्सपेंडिचर तो होना ज़्यादा रिक्वायर्ड ही है। So here there is also a gap, but these are the 4 areas we need to improve, ठीक है। सो कंपैरेटिव वे च डाटा याद रखो, जिन्ने भी पॉइंट्स याद हो पाते हैं उन्ना यूज कर सकते हो तुसी आंसर्स च। जिवें मैं तुहानू पहला भी समझाया है, डाटा याद करन तो डरना नहीं है, घबराना नहीं है, यू हैव टू लर्न दीज डाटा पॉइंट्स। जिन्ना ज़्यादा डाटा पॉइंट्स याद करोगे उन्ना ज़्यादा तुहाडा आंसर इंप्रेसिव बनेगा, यू विल बी एबल टू राइट दीज डाटा पॉइंट्स ऑल्सो, ठीक है। सो हुनी सोच के रखो दैट आई कैन यूज दिस डाटा इन दिस फैशन, हेयर देयर, ऐसा कोई ऐसे आए, ऐसा कोई क्वेश्चन आए, देयर आई कैन पुट, ठीक है। सो दिस विल बिकम अ इंस्ट्रूमेंट टू इनहांस योर आंसर्स। टॉप 20 चाहना कोई आम बात तो है नहीं, कुछ तो तुहानू एक्स्ट्रा एफर्ट करना ही पैना है। सो जस्ट वर्क हार्ड फॉर सम टाइम, राइट। नाउ सेक्टोरल कंट्रीब्यूशन 3 सेक्टर्स होंगे आपने, एग्रीकल्चर, सर्विसेज, मैन्युफैक्चरिंग एंड सर्विसेज। सो इन्हों का कंट्रीब्यूशन पंजाब की इकोनॉमी किवें है, सब तो ज़्यादा सर्विसेज सेक्टर 46% ग्रोथ जी है या कंट्रीब्यूशन जो पंजाब की GDP GSTP च है वो सर्विसेज सेक्टर की है। दैन 27% ईच फ्रॉम एग्रीकल्चर एंड मैन्युफैक्चरिंग, राइट। सो सर्विसेज सेक्टर जो है काफ़ी ग्रो हो रहा है। ग्रोथ रेट भी देखो सब तो ज़्यादा सर्विसेज सेक्टर दी है आफ्टर मैन्युफैक्चरिंग सेक्टर दी 7.9%, 7.2%, and obviously agriculture the growth rate is just 2.3%. that is why we keep emphasizing that Punjab needs to focus on other sectors also, क्योंकि agriculture ਜਿਹੜੀ ਹੈ ਕਾਫੀ problems suffer ਕਰ ਰਿਹਾ ਹੈ। एग्रीकल्चर ਨੂੰ ਵੀ ਸਾਨੂੰ ਪ੍ਰੋਡਕਟਿਵਿਟੀ ਵਧਾਉਣ ਲਈ, ਗਰੋਥ ਵਧਾਉਣ ਲਈ ਕੁਝ ਐਫਰਟਸ ਕਰਨੇ ਪੈਣੇ ਆ which should focus on crop diversification as they say, millets ਜਾਂ ਅਦਰ horticulture and ਐਜੇ ਸੈਕਟਰਸ ਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ, ਰਾਈਟ। ਸੋ ਇਹਨੂੰ ਯਾਦ ਰੱਖੋ। Now we will be discussing the schemes that have been newly launched in this budget and already existing schemes ਜਿਨ੍ਹਾਂ ਨੂੰ additional funding ਦਿੱਤੀ ਗਈ ਹੈ, right? All of those are important, so ਇਹਨੂੰ ਧਿਆਨ ਨਾਲ ਯਾਦ ਕਰੋ। फर्स्ट इज एजुकेशन सैक्टर ਲਈ ਕਾਫੀ ਇਨੀਸ਼ੀਏਟਿਵਸ ਲਿੱਤੇ ਗਏ ਨੇ, these are very crucial, ਇਹਨਾਂ ਨੂੰ ਧਿਆਨ ਨਾਲ ਸੁਣੋ। ਸਭ ਤੋਂ ਪਹਿਲਾ ਹੈ ਮਿਸ਼ਨ ਸਮਰਥ। ਮਿਸ਼ਨ ਸਮਰਥ ਕੀ ਕਹਿੰਦਾ ਹੈ, ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਲੈਵਲ ਦੇ ਜਿਹੜੇ ਬੱਚਿਆਂ ਨੂੰ ਸਕਿੱਲਸ ਦੇਣ ਲਈ,
राइट। कोई ना कोई स्किल दो, जिमें कि कारपेंट्री हो गया, प्लम्बिंग हो गया, इलैक्ट्रीशियन वाली स्किल्स हो गई, टॉय मेकिंग हो गई, कुछ भी ਵੋਕੇਸ਼ਨਲ ਸਕਿੱਲਸ ਦਿਓ ਜੋ ਉਹਨਾਂ ਨੂੰ ਇੰਪਲੋਏਬਲ ਬਣਾ ਸਕਣ। ਉਹਦੇ ਲਈ ਮਿਸ਼ਨ ਸਮਰਥ ਬਣਾਇਆ ਜਾਏਗਾ ਐਂਡ ਇਹਦੇ ਲਈ 10 ਕਰੋੜ ਰੁਪੀਸ ਐਲੋਕੇਟ ਕੀਤੇ ਆ ਫਾਈਨੈਂਸ ਮਿਨਿਸਟਰ ਨੇ, ਰਾਈਟ। ਦੈਨ ਸਕੂਲਸ ਆਫ ਐਮੀਨੈਂਸ, ਇਹ ਜਿਹੇ ਸਕੂਲਸ ਜਿਹੜੇ ਕਿ ਹਾਈਟੈਕ ਗੁੱਡ ਇਨਫਰਾਸਟ੍ਰਕਚਰ ਵਾਲੇ ਸਕੂਲਸ ਹੋਣਗੇ। ਸੋ ਪੰਜਾਬ ਦੇ 118 ਗਵਰਨਮੈਂਟ ਸਕੂਲਸ ਨੂੰ ਸਕੂਲਸ ਆਫ ਐਮੀਨੈਂਸ ਚ ਕਨਵਰਟ ਕੀਤਾ ਜਾਏਗਾ ਔਰ ਇਹਦੇ ਲਈ 100 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ ਹੈ, ਰਾਈਟ। ਬਿਕੋਜ਼ ਵੈਨ ਵੀ ਹੈਵ ਗੁੱਡ ਇਨਫਰਾਸਟ੍ਰਕਚਰ ਦੈਨ ਓਨਲੀ ਵੀ ਕੈਨ provide quality education to the students. Computers hone, labs hone, toilets and all other things are required for a good schooling environment, right? Next aa gaya hai schools of brilliance, right? 100 government schools ਨੂੰ schools of brilliance ਚ convert ਕੀਤਾ ਜਾਏਗਾ। ਇਹਦੇ ਲਈ 10 ਕਰੋੜ ਰੁਪਇਆ ਦਿੱਤਾ ਗਿਆ ਹੈ, right? Basically quality of education ਤੇ ਇਹ ਤੇ focus ਕੀਤਾ ਜਾਏਗਾ। brilliance, brilliant क्या बनाना है? Quality of the education which is mostly lacking in government schools, तो ਉੱਤੇ focus रहेगा, right? Then schools of applied learning, applied learning word ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ skill development ਤੇ ਕੰਮ ਕਰੇਗਾ। You just do not go to school just for reading books but apply also what you are reading, right? Again focus है कि youth ਚ skills ਹੋਣ to get employed, right? So ਇਹਦੇ ਲਈ ਵੀ 10 ਕਰੋੜ ਰੁਪੀਸ ਐਲੋਕੇਟ ਕੀਤੇ ਗਏ ਨੇ। then high tech vocational labs again ਕੰਸਟਰਕਟ ਕੀਤੀ ਜਾਣੀ ਆ। again focus on skill development, ਇਹ ਸਾਰੇ ਇਨੀਸ਼ੀਏਟਿਵ ਸਕਿੱਲ ਡਿਵੈਲਪਮੈਂਟ ਚ ਤੁਸੀਂ ਯੂਜ਼ ਕਰ ਸਕਦੇ ਹੋਗੇ, ਰਾਈਟ। ਦੈਨ ਸਕੂਲਸ ਆਫ ਹੈਪੀਨੈਸ, ਦੇਖੋ ਪੰਜਾਬ ਚ ਆਪ ਗਵਰਨਮੈਂਟ ਹੈ, ਤੁਸੀਂ ਦੇਖੋ ਦਿੱਲੀ ਚ ਫਸਟ ਟਾਈਮ ਸਕੂਲਸ ਆਫ ਹੈਪੀਨੈਸ ਦਾ ਕਨਸੈਪਟ ਆਇਆ ਸੀ ਜਾਂ ਹੈਪੀਨੈਸ ਕਰਿਕੂਲਮ ਦਾ ਕਨਸੈਪਟ ਆਇਆ ਸੀ। ਸੋ ਸੇਮ ਪੰਜਾਬ ਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਬੇਸਿਕ ਫੋਕਸ ਵਿਲ ਬੀ ਔਨ ਦੀ ਮੈਂਟਲ ਹੈਲਥ ਆਫ ਦੀ ਸਟੂਡੈਂਟਸ, right? So students should come to study but they should be mentally fit also. So yoga वगैरह activities वगैरह school ਦੇ curriculum ਚ add ਕੀਤੀਆਂ ਜਾਣਗੀਆਂ। well ventilated rooms ਹੋਣੇ ਚਾਹੀਦੇ ਨੇ, right? So that will be the focus of this area, ਰਾਈਟ। ਇਸ ਤੋਂ ਬਾਅਦ ਦੋ ਵੱਡੀ ਜੋ ਸਪੈਂਡਿੰਗਸ ਦਿੱਤੀਆਂ ਗਈਆਂ ਹੈ, ਮੈਡੀਕਲ ਐਜੂਕੇਸ਼ਨ ਲਈ 11,033 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ ਹੈ। ਐਂਡ ਦੈਨ ਪੰਜਾਬ ਦੀਆਂ ਜਿਹੜੀਆਂ ਕਾਫੀ ਸਾਰੀ ਯੂਨੀਵਰਸਿਟੀਜ਼ ਹੈ ਉਹਨਾਂ ਨੂੰ ਸਪੋਰਟ ਕਰਨ ਲਈ 14,025 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ। ਯੂ ਕੈਨ ਰੀਡ ਦ ਨੇਮ ਆਫ ਦੀ ਯੂਨੀਵਰਸਿਟੀਜ਼ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਹੈ। ਜਿੰਨੀ ਵੀ ਪੰਜਾਬ ਦੀ ਮੇਜਰ ਯੂਨੀਵਰਸਿਟੀਜ਼ ਹੈ ਉਹਨਾਂ ਲਈ ਇਹ ਐਲੋਕੇਸ਼ਨ ਹੈ, right? So education लिए पूरी schemes launch किया गई हैं। You can keep them written with you and use it in the essay also related to education, which is highly likely basic topic है, right? Next scheme ਜਿਹੜੀ agriculture sector ਨਾਲ related ਮਾਲਵਾ ਕੈਨਲ project, right? ਤੁਹਾਨੂੰ ਪਤਾ ਹੈ ਪੰਜਾਬ ਦਾ ਜਿਹੜਾ ਏਰੀਆ ਹੈ ਮਾਝਾ, ਦੁਆਬਾ, ਮਾਲਵਾ ਚ divided ਹੈ, ਰਾਈਟ। ਸੋ ਬੇਸਿਕਲੀ ਮਾਲਵਾ ਵਾਲੇ ਏਰੀਆ 'ਚ ਇਹ ਸਕੀਮ ਜਿਹੜੀ ਹੈ ਫੋਕਸ ਕਰੇਗੀ ਤਾਂ ਕਿ ਗਰਾਊਂਡ ਵਾਟਰ ਯੂਜ਼ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਦਾ ਕਿਸਾਨ ਗਰਾਊਂਡ ਵਾਟਰ ਬਹੁਤ ਜ਼ਿਆਦਾ ਯੂਟਿਲਾਈਜ਼ ਕਰ ਰਿਹਾ ਹੈ, ਜਿਹਦੇ ਕਰਕੇ ਦ ਗਰਾਊਂਡ ਵਾਟਰ ਲੈਵਲਸ ਆਰ ਫਾਲਿੰਗ ਡਾਊਨ। ਸੋ ਗਰਾਊਂਡ ਵਾਟਰ ਯੂਸੇਜ ਨੂੰ ਘੱਟ ਕਰਨ ਲਈ ਦਿਸ ਕੈਨਲ ਪ੍ਰੋਜੈਕਟ ਵਿਲ ਬੀ ਮੇਡ, ਰਾਈਟ। ਸੋ ਇਹ ਪੂਰਾ ਪ੍ਰੋਜੈਕਟ ਜਿਹੜਾ ਹੈ ਕਿੰਨਾ ਏਰੀਆ ਕਵਰ ਕਰੇਗੀ? 1.78 ਲੱਖ ਏਕੜਸ ਦੇ ਏਰੀਆ ਨੂੰ ਇਰੀਗੇਸ਼ਨ ਫੈਸਿਲਿਟੀ ਪ੍ਰੋਵਾਈਡ ਕਰੇਗੀ। ਮੇਜਰਲੀ 4 ਡਿਸਟ੍ਰਿਕਟਸ ਇਸ 'ਚ ਕਵਰ ਹੋਣਗੇ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ। ਮੋਸਟਲੀ ਮਾਲਵਾ ਦੇ ਜਿਹੜੇ ਡਿਸਟ੍ਰਿਕਟਸ ਹੈ ਉਹ ਇਸ 'ਚ 4 ਡਿਸਟ੍ਰਿਕਟਸ FFMB ਕੁਛ ਐਵੇਂ ਯਾਦ ਰੱਖੋ ਕਵਰ ਹੋ ਰਹੇ ਨੇ, ਰਾਈਟ। ਫੋਕਸ ਕਿਆ ਹੈ? ਗਰਾਊਂਡ ਵਾਟਰ ਯੂਸੇਜ ਨੂੰ ਘੱਟ ਕਰੀਏ ਤੇ ਰਾਦਰ ਕੈਨਲ ਇਰੀਗੇਸ਼ਨ ਨੂੰ ਪ੍ਰਮੋਟ ਕੀਤਾ ਜਾਵੇ, ਰਾਈਟ। ਵੈਰੀ ਇੰਪੋਰਟੈਂਟ, ਯਾਦ ਰੱਖਣਾ ਹੈ, ਠੀਕ ਹੈ। ਨਾਓ ਅਗੇਨ ਐਗਰੀਕਲਚਰ ਨਾਲ ਰਿਲੇਟਡ ਕੁਝ ਅਦਰ ਸਕੀਮਸ ਹੈ। ਪੰਜਾਬ ਹਾਰਟੀਕਲਚਰ ਐਂਡ ਐਡਵਾਂਸਮੈਂਟ, ਪੰਜਾਬ ਹਾਰਟੀਕਲਚਰ ਐਡਵਾਂਸਮੈਂਟ ਐਂਡ ਸਸਟੇਨੇਬਲ ਐਂਟਰਪ੍ਰੀਨਿਓਰਸ਼ਿਪ। ਬੇਸਿਕਲੀ ਹਾਰਟੀਕਲਚਰ ਸੈਕਟਰ ਨੂੰ ਪ੍ਰਮੋਟ ਕਰੇ ਤੇ ਹਾਰਟੀਕਲਚਰ ਸੈਕਟਰ 'ਚ ਹੀ ਐਂਟਰਪ੍ਰੀਨਿਓਰਸ਼ਿਪ ਨੂੰ ਪੁਸ਼ ਕੀਤਾ ਜਾਵੇ, ਰਾਈਟ। ਸੋ ਉਸ ਤੇ ਇਹ ਫੋਕਸ ਕਰੇਗੀ। ਸੋ ਇਹਦੇ ਨਾਲ ਕਿਆ ਕੀਤਾ ਜਾਏਗਾ? ਹਾਰਟੀਕਲਚਰ ਕਲਸਟਰਸ ਬਣਾਏ ਜਾਣਗੇ। ਲੈਟਸ ਸੇ ਕਿ ਆ ਵੀ ਕੋਈ ਵਿਲੇਜ ਹੈ, ਇੱਥੇ ਸਭ ਨੂੰ ਸਕਿੱਲ ਦਿੱਤੀ ਜਾਏਗੀ, ਪ੍ਰਮੋਟ ਕੀਤਾ ਜਾਏਗਾ ਕਿ ਬਈ ਤੁਸੀਂ ਹਾਰਟੀਕਲਚਰ ਸੈਕਟਰ ਤੇ ਵਰਕ ਕਰੋ ਇਨਸਟੈਡ ਆਫ ਗੋਇੰਗ ਰਾਈਸ ਔਰ ਵੀਟ। ਇਹ ਕਲਸਟਰ ਨੂੰ ਕਿਹਾ ਜਾਏਗਾ ਲੈਟਸ ਸੇ ਕਿ ਬਈ ਐਪਲ ਗਰੋ ਕਰੋ, ਹਾਈਪੋਥੈਟਿਕਲੀ ਵਟਐਵਰ ਕੰਡੀਸ਼ਨ ਇਜ਼ ਸੂਟਡ, ਕਿ ਬਈ ਇਹ ਕ੍ਰੌਪ ਗਰੋ ਕਰੋ। तो सारी कंपनीज इत्थों खरीद सकती है, ईवन गवर्नमेंट इत्थों प्रोक्योर कर सकती है। क्लस्टर च प्रोडक्शन जिहड़ी है वो बेटर होएगी, स्किल्स बेटर होणगियां, गवर्नमेंट दी स्कीम्स ये बेटर यूटिलाइज कर सकते हैं। दैट इज वाई दिस विल बी प्रमोटेड एंड दिस इज अ वेरी गुड इनिशिएटिव इफ इंप्लीमेंटेड वेल, राइट। इन्हू याद रखना, एग्रीकल्चर सैक्टर लिए बहुत इंपॉर्टेंट स्कीम है। दैन ह्यूमन वाइल्ड लाइफ कन्फ्लिक्ट मिटिगेशन स्कीम, राइट। तुहानू पता है कि बहुत ज़्यादा
शेर कदी रोड ते आ गया, हाथी कदी रोड ते आ गया। ऑल्दो पंजाब च इन्नी एवली डाइवर्सिटी, इन्ने पार्क्स वगैरह नहीं है, बट वट एवर ह्यूमन वाइल्ड लाइफ कन्फ्लिक्ट इज देयर, दैट विल बी रिजॉल्व बाय दिस स्कीम, राइट। देन क्रॉप डाइवर्सिफिकेशन ਲਈ 575 ਕਰੋੜ ਰੁਪਏ ਐਲੋਕੇਟ ਕੀਤਾ ਗਿਆ ਹੈ, ਵੈਰੀ ਇੰਪੋਰਟੈਂਟ ਫॉर ਪੰਜਾਬ, ਹੋਪ ਇਟ ਇਜ਼ ਇੰਪਲੀਮੈਂਟਡ ਵੈਲ। ਦੈਨ ਕੰਜ਼ਰਵੇਸ਼ਨ ਐਫਰਟਸ ਲਈ ਸੋਇਲ ਤੇ ਵਾਟਰ ਕੰਜ਼ਰਵੇਸ਼ਨ ਲਈ 194 ਕਰੋੜ ਐਲੋਕੇਟ ਕੀਤਾ ਗਿਆ ਹੈ। ਇਸ ਚ ਨਾਬਾਰਡ ਦੇ ਪ੍ਰੋਜੈਕਟਸ ਜਿਹੜੇ ਹੈ ਉਹ ਯੂਜ਼ ਕੀਤੇ ਜਾਣਗੇ ਟੂ ਫੋਕਸ ਔਨ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ। ਫਿਸ਼ਰੀ ਸੈਕਟਰ ਨੂੰ ਪ੍ਰਮੋਟ ਕਰਨ ਲਈ ਇਨੀਸ਼ੀਏਟਿਵ ਵਨ ਰਿਵਰ ਵਨ ਫਿਸ਼ ਫਾਰਮਿੰਗ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ, ਰਾਈਟ। ਸੋ ਕਿਆ ਵਨ ਰਿਵਰ ਦੇ ਅਲੋਂਗ ਵਨ ਟਾਈਪ ਆਫ ਫਿਸ਼ ਨੂੰ ਕਲਟੀਵੇਟ ਕੀਤਾ ਜਾਵੇ। ਅਗੇਨ ਇਸ ਤਰੀਕੇ ਨਾਲ ਏਰੀਆ ਬੇਸਡ ਪ੍ਰਮੋਟ ਕੀਤਾ ਜਾਏਗਾ ਪਰਟੀਕੂਲਰ ਫਿਸ਼ ਸਪੀਸੀਜ਼ ਨੂੰ ਗਰੋ ਕਰਨਾ। ਨਾਓ ਥੀਜ਼ ਆਰ ਵੈਰੀ ਇੰਪੋਰਟੈਂਟ ਕਿਉਂਕਿ ਪੰਜਾਬ ਦੀ ਮੋਨੋਕਲਚਰ ਜਿਹੜੀ ਹੈ ਪੰਜਾਬ ਨੂੰ ਕਾਫੀ ਖਰਾਬ ਕਰ ਰਹੀ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਆਲਟਰਨੇਟਿਵਸ ਤੇ ਦੇਖੀਏ। Crop diversification is an alternative, horticulture is an alternative, fishery sector is an alternative, पंजाब च shrimp cultivation बहुत हो रही है। These are all very great alternatives, they need to be pushed। So आवले ਜਿਹੜੇ initiatives ਹੈ ਇਹ ਪੰਜਾਬ ਦੀ agriculture ਲਈ landmark ਸਾਬਿਤ ਹੋ ਸਕਦੇ ਨੇ if implemented well again, ਠੀਕ ਹੈ। ਸੋ ਇਹ ਤਿੰਨੋਂ ਯਾਦ ਰੱਖਣੇ ਨੇ। ਨਾਓ ਨੈਕਸਟ ਹੈ ਆਲਰੇਡੀ ਜਿਹੜੇ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਨੂੰ ਕੁਝ ਐਲੋਕੇਸ਼ਨਸ ਦਿੱਤੀਆਂ ਗਈਆਂ ਹੈ, ਕੁਝ ਪ੍ਰੋਜੈਕਟਸ ਦੇ ਆਰ ਗੋਇੰਗ ਔਨ, ਕੁਝ ਨਵੇਂ ਪ੍ਰੋਜੈਕਟਸ ਹੈ। ਯੂ ਕੈਨ ਰੀਡ ਦਿਸ ਲਿਸਟ, ਦੇयर इज ਨਥਿੰਗ ਐਜ਼ ਸੱਚ ਟੂ ਐਕਸਪਲੇਨ, ਬਟ ਇਹਨੂੰ ਪੜੋ, ਯੂ ਕੈਨ ਯੂਜ਼ them in your answers at various places। ਜਿਵੇਂ ਕਿ ਆ ਬਾਇਓਫਿਊਲ ਤੇ ਦੇਖੋ ਕੰਮ ਕੀਤਾ ਜਾ ਰਿਹਾ ਹੈ, ਇਥੇਨੋਲ ਪਲਾਂਟ ਸੈਟਅਪ ਕੀਤੇ ਜਾਣਗੇ, ਰਾਈਟ। ਸੋ ਇਸ ਤਰੀਕੇ ਨਾਲ ਯੂ ਕੈਨ ਰੀਡ ਅਬਾਊਟ ਇਟ। ਨਾਓ ਕੁਝ ਐਗਜ਼ਿਸਟਿੰਗ ਸਕੀਮਸ ਹੈ ਉਹਨਾਂ ਨੂੰ ਵੀ ਫੰਡਿੰਗ ਦਿੱਤੀ ਗਈ ਹੈ, ਜਿਵੇਂ ਕਿ ਐਜੂਕੇਸ਼ਨ ਲਈ ਸਮਗਰ ਸਿੱਖਿਆ ਅਭਿਆਨ ਨੂੰ ਫੰਡਿੰਗ ਦਿੱਤੀ ਗਈ ਹੈ। ਮਿਡ ਡੇ ਮੀਲ ਨੂੰ ਆਪਾਂ ਬੱਚਿਆਂ ਨੂੰ ਪ੍ਰਮੋਟ ਕਰਨਾ ਹੀ ਹੈ, ਨਿਊਟ੍ਰੀਸ਼ਨ ਐਂਡ ਐਜੂਕੇਸ਼ਨ, ਤਾਂ ਮਿਡ ਡੇ ਮੀਲ ਨੂੰ ਫੰਡਿੰਗ ਦਿੱਤੀ ਗਈ ਹੈ, ਰਾਈਟ। ਸੋ ਦੀਜ਼ ਆਲਸੋ ਯੂ ਕੈਨ ਰੀਡ, ਐਗਜ਼ਿਸਟਿੰਗ ਸਕੀਮਸ 'ਚ ਕੁਝ ਫੰਡਿੰਗ ਹੈ, ਇਸ ਤੇ ਕੁਐਸਚਨ ਵਗੈਰਾ ਨਹੀਂ ਆਏਗਾ, ਬਟ ਵੰਸ ਗੋ ਥਰੂ ਦੀਜ਼ ਫੈਕਟਸ, ਠੀਕ ਹੈ। ਨਾਓ ਸਪੋਰਟਸ ਸੈਕਟਰ ਨੂੰ ਪ੍ਰਮੋਟ ਕਰਨ ਲਈ ਕਿਆ ਕਰ ਰਿਹਾ? ਸਪੋਰਟਸ ਦੇਖੋ ਪੰਜਾਬ 'ਚ ਕਾਫੀ ਫੇਮਸ ਹੈ, ਕ੍ਰਿਕਟ ਹੋ, ਹਾਕੀ ਹੋ, ਸ਼ੂਟਿੰਗ ਹੋ, ਪੰਜਾਬ ਨੇ ਕਾਫੀ ਸਾਰੇ ਸਟਾਰ ਪਲੇਅਰਸ ਇੰਡੀਆ ਨੂੰ ਦਿੱਤੇ ਨੇ। ਸੋ ਹੁਣ ਸਪੋਰਟਸ ਨੂੰ ਹੋਰ ਪ੍ਰਮੋਟ ਕਰਨ ਲਈ, ਯੂਥ ਨੂੰ ਓਪਰਚੁਨਿਟੀਜ਼ ਕ੍ਰੀਏਟ ਕਰਨ ਲਈ, that we are talking that are limited in Punjab, this is going to be a great initiative। So 1000 nurseries ਪੰਜਾਬ 'ਚ ਬਣਾਈ ਜਾਣਗੀਆਂ which will focus on providing quality training to 60,000 sportsmen in Punjab, ਠੀਕ ਹੈ। ਸੋ ਫਰਸਟ ਫੇਜ਼ 'ਚ 250 ਨਰਸਰੀਜ਼ ਜਿਹੜੀਆਂ ਸੈਟਅਪ ਕੀਤੀਆਂ ਜਾਣਗੀਆਂ ਐਟ ਐਨ ਐਕਸਪੈਂਡੀਚਰ ਆਫ 50 ਕਰੋੜਸ, ਰਾਈਟ। ਸੋ ਇਹਦੇ ਵਿੱਚ ਸਪੋਰਟਸਮੈਨ ਨੂੰ ਕਿਆ ਕਿਆ ਪ੍ਰੋਵਾਈਡ ਕੀਤਾ ਜਾਏਗਾ? ਕੋਚਿੰਗ ਫੈਸਿਲਿਟੀਜ਼ ਐਟ ਅਫੋਰਡੇਬਲ ਪ੍ਰਾਈਸਿਸ ਜਾਂ ਫ੍ਰੀ ਇਕਵਿਪਮੈਂਟਸ ਮਿਲਣ ਉਹਨਾਂ ਨੂੰ, ਟ੍ਰੇਨਿੰਗ ਮਿਲੇ, ਆਲ ਆਫ ਦੈਟ ਵਿਲ ਬੀ ਫੋਕਸਡ, ਠੀਕ ਹੈ। ਸੋ ਇਹਨੂੰ ਯਾਦ ਰੱਖੋ। ਤੇ 34 ਕਰੋੜ ਜਿਹੜਾ ਹੈ ਡੈਡੀਕੇਟਡਲੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਵੀ ਦਿੱਤਾ ਜਾਏਗਾ, ਰਾਈਟ। ਸੋ ਸਪੋਰਟਸ ਸੈਕਟਰ 'ਚ ਇਹ ਦੋ ਮੇਨ ਫੋਕਸ ਕੀਤੇ ਜਾ ਰਹੇ ਨੇ, ਰਾਈਟ। ਇਹਨਾਂ ਨੂੰ ਲਿਖ ਕੇ ਰੱਖੋ, ਅਗੇਨ ਯੂ ਕੈਨ ਯੂਜ਼ ਇਟ ਇਨ ਯੋਰ ਆਨਸਰਸ। ਨਾਓ ਇੰਪਲੋਏਬਿਲਿਟੀ ਪੰਜਾਬ 'ਚ बढ़ाਉਣ ਲਈ, ਜਿਵੇਂ ਬੱਚੇ ਪੜ੍ਹਦੇ ਤਾਂ ਹੈ, ਬਹੁਤ ਸਾਰੇ ਕਾਲਜਿਸ ਵੀ ਜਾਂਦੇ ਹੈ, ਬਟ ਅਲਟੀਮੇਟਲੀ ਕੈਨ ਦੇ ਡੂ ਕੁਆਲਿਟੀ ਵਰਕ? ਕਿਆ ਕੰਪਨੀਜ਼ ਉਹਨਾਂ ਨੂੰ ਹਾਇਰ ਕਰਨਗੀਆਂ? ਦੈਟ ਇਜ਼ ਵੇਅਰ ਦ ਏਰੀਆ ਇਜ਼ ਲੈਕਿੰਗ। ਸੋ ਉਹਨੂੰ ਫੋਕਸ ਕਰਨ ਲਈ ਗਵਰਨਮੈਂਟ ਨੇ 179 ਕਰੋੜ ਰੁਪਇਆ ਜਿਹੜਾ ਹੈ ਇਸ ਫਿਜ਼ੀਕਲ 'ਚ ਐਲੋਕੇਟ ਕੀਤਾ ਹੈ, ਤਾਂ ਕਿ ਇਹ ਜਿਹੇ ਯੂਥ ਦੀ ਸਕਿੱਲ ਟ੍ਰੇਨਿੰਗ ਤੇ ਡਿਵੈਲਪਮੈਂਟ ਤੇ ਕੰਮ ਕੀਤਾ ਜਾਵੇ। ਪੰਜਾਬ ਹੁਨਰ ਵਿਕਾਸ ਯੋਜਨਾ ਲਾਂਚ ਕੀਤੀ ਜਾਏਗੀ ਟੂ ਸਟਰੈਂਥਨ ਦੀਜ਼ ਵੋਕੇਸ਼ਨਲ ਜਾਂ ਇਹ ਜਿਹੜੇ ਇੰਪਲੋਏਬਿਲਿਟੀ ਵਾਲੀ ਸਕਿੱਲਸ ਹੈ ਇਹ ਇਹਨਾਂ ਨੂੰ ਦਿੱਤੀਆਂ ਜਾਣ, ਰਾਈਟ। ਇਹ ਸਕੀਮ ਲਈ ਡੈਡੀਕੇਟਡਲੀ 46 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ ਹੈ। ਸਪੈਸ਼ਲ ਟ੍ਰੇਨਿੰਗ ਸੈਂਟਰਸ ਬਣਾਏ ਜਾਣਗੇ ਜਿੱਥੇ ਯੂਥ ਨੂੰ ਡੈਡੀਕੇਟਡ ਇੰਪਲੋਏਬਿਲਿਟੀ ਵਾਲੀ ਟ੍ਰੇਨਿੰਗ ਦਿੱਤੀ ਜਾ ਸਕੇ, right? So government generated 40,000 jobs in the past 2 years according to finance minister by various initiatives. This data also you can use somewhere, right? Next हैगा industry ਲਈ ਪੰਜਾਬ government ਨੇ क्या क्या allocations ਕੀਤੀਆਂ ਹੈ, ਥੋੜਾ ਉਹ ਦੇਖ ਲਓ ਤੁਸੀਂ। So finance minister ਕਹਿ ਰਹੇ ਨੇ ਇੰਡਸਟਰੀਅਲ ਸੈਕਟਰ ਲਈ ਟੋਟਲ 33,067 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ ਹੈ, राइट। इस सबसिडीज फाइनेंशियल इनिशिएटिव फिजिकल इंसेंटिव सब क्रिएट हो रहे ने। नाउ न्यू जेडे एफर्ट्स दिते गए याद रखना है, न्यू MSME विंग बनाया गया है। MSMEs क्या होंदियां हैं? यू हैव टू रीड अगेन इन द बेसिक्स। अगेन आई वुड लाइक टू हाईलाइट, अगर तुहानू लगता है कि तुहाडी बेसिक क्लैरिटी नहीं है, जॉइन आर बैच स्टार्टिंग टुडे।
You can just message us on this number and work on economy. Economy बहुत important subject है, primary subject है. If you lack basic understanding of basic concepts like GSDP, primary deficit, borrowings क्या ਹੁੰਦੀਆਂ ਨੇ, so then work on that. ठीक है, do not just sit thinking कि भाई मिलता आमदनी, ਰਾਈਟ। ਸੋ ਐਮਐਸਐਮਈ ਵਿੰਗ ਬਣਾਇਆ ਜਾਏਗਾ ਤਾਂ ਕਿ ਗਵਰਨਮੈਂਟ ਉਹਨਾਂ ਨੂੰ ਅਸਿਸਟ ਕਰ ਸਕੇ, ਐਮਐਸਐਮਈਜ਼ ਨੂੰ, ਵਿਚ ਆਰ ਵਨ ਆਫ ਦੀ ਇੰਪੋਰਟੈਂਟ ਪਾਰਟ ਆਫ ਦੀ ਗਰੋਥ ਸਟੋਰੀ ਆਫ ਐਨੀ ਸਟੇਟ ਔਰ ਕੰਟਰੀ। ਠੀਕ ਹੈ, ਦੈਨ ਬਿਜ਼ਨਸ ਨੂੰ ਫੈਸਿਲਿਟੇਟ ਕਰਨ ਲਈ ਕਿ ਇਨਵੈਸਟਰਸ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਪੰਜਾਬ 'ਚ ਲਿਆਉਣ, ਇਨਵੈਸਟ ਪੰਜਾਬ ਬਿਜ਼ਨਸ ਫਰਸਟ ਪੋਰਟਲ ਬਣਾਇਆ ਗਿਆ ਹੈ, ਵੈਬਸਾਈਟ, ਜਿਹਦੇ ਥਰੂ ਉਹ ਡਾਇਰੈਕਟਲੀ ਵਿਦਆਊਟ ਬਿਊਰੋਕ੍ਰੈਟਿਕ ਹਸਲਸ ਨੂੰ ਪਾਰ ਕਰਕੇ ਡਾਇਰੈਕਟਲੀ ਇਨਵੈਸਟਮੈਂਟਸ ਕਰ ਸਕਦੇ ਨੇ, ਰਾਈਟ। ਸਰਕਾਰ ਵਪਾਰ ਮਿਲਣੀ, ਉਹੀ ਬਿਜ਼ਨਸ ਸਮਿਟ, ਇਨਵੈਸਟਰ ਸਮਿਟ ਦੀ ਤਰ੍ਹਾਂ ਪੰਜਾਬ ਇਹ ਕੰਟੀਨਿਊਸਲੀ ਇਨ ਸਮਿਟਸ ਵਗੈਰਾ ਕੰਡਕਟ ਕਰਾਏਗਾ ਸੋ ਦੈਟ ਮੋਰ ਐਂਡ ਮੋਰ ਮਨੀ ਕਮਸ ਇਨਟੂ ਪੰਜਾਬ। ਠੀਕ ਹੈ, ਸੋ ਇਹ ਆ ਬਹੁਤ ਇੰਪੋਰਟੈਂਟ ਹੈ, ਅਗੇਨ ਇੰਡਸਟਰੀ ਸੈਕਟਰ ਤੇ ਰਿਲੇਟਡ, ਪਲੀਜ਼ ਇਹਨਾਂ ਨੂੰ ਸਾਰਿਆਂ ਨੂੰ ਯਾਦ ਰੱਖਿਓ, ਆਨਸਰਸ 'ਚ ਕਾਫੀ ਯੂਜ਼ ਆਉਣਗੇ ਇਹ, ਰਾਈਟ। ਦੈਨ ਡਿਫੈਂਸ ਸੈਕਟਰ ਲਈ ਕੁਝ ਸਪੈਂਡਿੰਗ ਜਾਂ ਐਸਟੀਮੇਟਸ ਦਿੱਤੇ ਗਏ ਆ, ਕਿਉਂਕਿ ਦੇਖੋ ਪੰਜਾਬ 'ਚ ਪੂਰੇ ਇੰਡੀਆ 'ਚੋਂ ਮੇਜਰ ਡਿਫੈਂਸ ਸੈਕਟਰ 'ਚ ਕੰਟਰੀਬਿਊਸ਼ਨ ਹੈ, ਪੰਜਾਬ ਦੇ ਯੂਥ ਜਿਹੜੇ ਹੈ, ਪੰਜਾਬ ਦੇ ਲੋਕ ਜਿਹੜੇ ਹੈ ਬਹੁਤ ਜ਼ਿਆਦਾ ਐਕਸ ਸਰਵਿਸਮੈਨ ਕੈਟੇਗਰੀ ਜਾਂ ਸਰਵਿਸ ਕੈਟੇਗਰੀਜ਼ 'ਚ ਕੰਟਰੀਬਿਊਟ ਕਰਦੇ ਨੇ, ਉਹਦੇ ਲਈ ਇਹ ਮੇਜਰ ਇਨੀਸ਼ੀਏਟਿਵਸ ਦਿੱਤੇ ਗਏ ਨੇ, ਰਾਈਟ। ਸੋ ਵਿਡੋਜ਼ ਨੂੰ ਸਪੋਰਟ ਕਰਨਾ, ਪੈਨਸ਼ਨਸ ਪ੍ਰੋਵਾਈਡ ਕਰਨਾ, ਉਹਨਾਂ ਦੀ ਮੈਮਰੀ ਲਈ ਗੈਲਰੀਜ਼ ਵਗੈਰਾ ਕ੍ਰੀਏਟ ਕਰਨਾ, ਮਿਊਜ਼ੀਅਮ, ਵਾਰ ਮਿਊਜ਼ੀਅਮ ਲੁਧਿਆਣੇ 'ਚ ਬਣਾਇਆ ਜਾਏਗਾ। ਪਲੀਜ਼ ਰਿਮੈਂਬਰ ਇਟ, ਇਹ ਤੇ ਡਾਇਰੈਕਟ ਕੁਐਸਚਨ ਆ ਸਕਦਾ ਹੈ ਕਿ ਬਜਟ ਨੇ ਵਾਰ ਮਿਊਜ਼ੀਅਮ ਕਿਹੜੀ ਸਿਟੀ 'ਚ ਕ੍ਰੀਏਟ ਕਰਨਾ ਹੈ, ਸਮਥਿੰਗ ਲਾਈਕ ਦੈਟ ਕੈਨ ਬੀ ਆਸਕਡ, ਸੋ ਇਹਨੂੰ ਯਾਦ ਰੱਖੋ, ਰਾਈਟ। ਸੋ ਇਸ ਤਰੀਕੇ ਨਾਲ ਜਸਟ ਪੌਜ਼ ਇਟ ਫॉर ਅ ਲਿਟਲ ਐਂਡ ਰੀਡ ਦਿਸ ਡਾਟਾ ਔਨ ਦ ਡਿਫੈਂਸ ਸੈਕਟਰ। ਇਹ ਵੈਸੇ ਕਿਤੇ ਯੂਜ਼ ਨਹੀਂ ਆਏਗਾ, ਇਹ ਤੇ ਪ੍ਰੀਲਿਮਸ ਦਾ ਹੀ ਇੱਕ ਅੱਧਾ ਕੁਐਸਚਨ ਬਣ ਸਕਦਾ ਹੈ, ਮੇਨਸ 'ਚ ਦਿਸ ਇਜ਼ ਲੈਸ ਲਾਈਕਲੀ ਟੂ ਬੀ ਯੂਜ਼ਡ। नेक्स्ट हैगा है इंफ्रास्ट्रक्चर सेक्टर, विच इज अ वेरी इंपॉर्टेंट सेक्टर। इंफ्रास्ट्रक्चर इंक्लूड्स एवरीथिंग, रोड्स, रेलवेज, एयरपोर्ट्स, हाउसिंग, solid waste management. There can be different forms of infrastructure, schools, hospitals, everything is infrastructure. ਸੋ ਉਹਦੇ ਲਈ ਕੁਛ ਐਲੋਕੇਸ਼ਨਸ ਦਿੱਤੀਆਂ ਗਈਆਂ ਹੈ, ਰੋਡ ਕਨੈਕਟੀਵਿਟੀ ਲਈ, 에ਅਰਕ੍ਰਾਫਟ ਸਿਮੂਲੇਟਰਸ ਵਗੈਰਾ ਬਣਾਉਣ ਲਈ, ਹੋਸਟਲਸ ਬਣਾਉਣ ਲਈ ਪੰਜਾਬ ਯੂਨੀਵਰਸਿਟੀ 'ਚ ਫੰਡਿੰਗ ਕੀਤੀ ਗਈ ਹੈ, ਬਿਕੋਜ਼ ਬੱਚੇ ਵੱਧਦੇ ਜਾ ਰਹੇ ਹੈ, ਦੇ ਨੀਡ ਫੈਸਿਲਿਟੀਜ਼ ਟੂ ਲਿਵ ਆਲਸੋ, ਰਾਈਟ। ਐਂਡ ਰਿਸਰਚ ਰਿਲੇਟਡ ਇੰਫਰਾਸਟਰਕਚਰ PAU 'ਚ ਕ੍ਰੀਏਟ ਕਰਨ ਲਈ ਵੀ ਫੰਡਿੰਗ ਕੀਤੀ ਗਈ ਹੈ, ਰਾਈਟ। ਦਿਸ ਇਜ਼ ਵੈਰੀ ਮਿਨੀਮਲ ਕਾਈਂਡ ਆਫ ਇੰਫਰਾਸਟਰਕਚਰ, ਬਹੁਤ ਵੱਡਾ ਸੈਕਟਰ ਹੁੰਦਾ, ਬਹੁਤ ਪੈਸਾ ਲੱਗਦਾ ਹੈ, ਪੰਜਾਬ ਨੂੰ ਹੋਰ ਸਪੈਂਡਿੰਗ ਕਰਨ ਦੀ ਜ਼ਰੂਰਤ ਹੈ, ਸਪੈਸ਼ਲੀ ਇੰਡਸਟਰੀ ਸਪੋਰਟਿੰਗ ਇੰਫਰਾਸਟਰਕਚਰ ਤੇ ਵੀ ਨੀਡ ਟੂ ਫੋਕਸ ਅ ਲੋਟ। ਸਰਵਿਸਿਜ਼ ਸੈਕਟਰ, IT ਪਾਰਕਸ, ਇਹ ਸਭ ਡਿਵੈਲਪ ਕਰਨ ਤੇ ਪੰਜਾਬ ਨੂੰ ਕਾਫੀ ਪੈਸਾ ਲੱਗੇਗਾ, ਐਂਡ ਪੰਜਾਬ ਨੀਡਸ ਪ੍ਰਾਈਵੇਟ ਪਾਰਟਨਰਸ਼ਿਪ, PPP, ਐਜ਼ ਆਈ ਟੋਲਡ ਯੂ, ਟੂ ਅਚੀਵ दैट। ठीक है, PPP बहुत इंपॉर्टेंट कॉन्सैप्ट है, अच्छे तरीके नाल पढ़ो। लास्ट बच गया है पंजाब पुलिस ते कितना एक्सपेंडिचर करेगी पंजाब गवर्नमेंट। सो पंजाब पुलिस ते भी ये डाटा तुहाडे सामने है, मॉडर्नाइजेशन ऑफ इंफ्रास्ट्रक्चर, वहीकल्स ते कितना लाना है, स्ट्रेंथनिंग इंफ्रास्ट्रक्चर, जेल वगैरह ते कितना पैसा लगाना है, ऑल ऑफ दैट डाटा इज देयर। थोड़ा बहुत इहनूं याद रखो, गवर्नेंस दे आंसर्स च तुसीं यूज कर सकते हो क्रिमिनल जस्टिस सिस्टम ते जे कोई क्वेश्चन आवे, अदरवाइज a question या direct utility, otherwise is low of this data, you can try to remember whatever is possible। ठीक है जी, that is all for this discussion, I hope this helps। ਤੁਹਾਡੀ ਕੋਈ ਵੀ ਡਾਊਟਸ ਹੋ, ਕੋਈ ਵੀ ਕੁਐਰੀਜ਼ ਹੋ, you can directly connect with me on this number, WhatsApp ਕਰ ਦੋ, whatever your queries I'll tell you, I'll help you। बाकी लाइक करो, शेयर करो, सब्सक्राइब करो, as I tell you this will help the YouTube algorithm, it will help me to grow with this channel, it will help you because I'll be bringing better content for you, so please support the channel। all the very best to you। अगर तुसी GS ਦੇ courses देख रहे हो, test series देख रहे हो, everything is available with us, you can talk to us on this number or you can check our website www.siddhipunjab.com। thank you so much for joining।